शिवानी ट्यूटोरियल वेख रहे सारे लोगों ਨੂੰ जी आया ਨੂੰ। ਅੱਜ मैं ਤੁਹਾਨੂੰ 5 साल ਦੀ ਕੁੜੀ ਦੇ ਲਈ ਧੋਤੀ वाली सलवार बनाने का तरीका दसांगी। ਇਹ देखो ਇੱਥੇ मैं 1.5 मीटर कपड़ा लेता है। ਤੇ ਇਹਨੂੰ 2 ਤੈਵਾਂ ਵਿੱਚ ਰੱਖ ਲਿਆ ਹੈ। ਧਿਆਨ ਰਹੇ ਕਿ ਤੁਸੀਂ ਕੱਪੜੇ ਨੂੰ ਕੋਨਿਆਂ ਨਾਲ ਚੰਗੀ ਤਰ੍ਹਾਂ ਨਾਲ ਮਿਲਾ ਕੇ ਮੋੜ ਲਓ। इस तरीके नाल इस पास्यों कपड़ा चुक के बंदवे पासे दे कोल ले जा के इस तरीके नाल रख दिओ। ਇਹ बचिया होया कपड़ा ਇਹਦੀ ਅਸੀਂ कमर पट्टी बनावांगे। ਇਹ कमर पट्टी 7 इंची दी है। ਹੁਣ मैं ਤੁਹਾਨੂੰ ਇਹਦੀ डिजाइन दसांगी। ਇੱਥੇ 1 इंची ਦਾ ਨਿਸ਼ਾਨ ਲਗਾ ਲਓ। ਦੀ ਚੌੜਾਈ 7 इंची। ਇਹ ਸਾਡਾ ਹਿਪ ਏਰੀਆ ਹੈ। ਹੁਣ ਇਹਨੂੰ ਇੱਥੇ ਗੋਲਾਕਾਰ ਸ਼ੇਪ ਦੇ ਦਿਓ। ਤੇ ਅੱਧਾ ਇੰਚੀ ਇਸ ਪਾਸੋਂ ਦੀ। मोरी दे लई मैं 5 इंची का निशान ला रही हाँ क्योंकि यह धोती दी सलवार असी 5 साल की कुड़ी दे लई बना रहे हैं। थलवे पास्यों 5 इंची ला के इनू अंदर दे पासे मोड़ करके असी इहदी सिलाई करांगे। उहदे तो बाद असी हिप एरिया नू सिलांगे। ਹੁਣ मैं ਤੁਹਾਨੂੰ ਇਹਦੀ ਕਟਾਈ ਦੱਸਾਂਗੀ। ਸਭ ਤੋਂ ਪਹਿਲੇ ਕੱਪੜੇ ਨੂੰ ਇਸ ਤਰੀਕੇ ਦੇ ਨਾਲ ਯਾਨੀ ਕਿ ਇਸ ਭਾਗ ਤੋਂ ਅਸੀਂ ਕਮਰ ਦੀ ਪੱਟੀ ਕੱਟ ਲਾਂਗੇ। ਇਹ ਦੇਖੋ ਇਸ ਤਰ੍ਹਾਂ ਐਸੀ ਕਮਰ ਦੀ ਪੱਟੀ ਅਲੱਗ ਕਰ ਦਿੱਤੀ ਹੈ। ਹੁਣ ਅਸੀਂ ਅੱਧਾ ਇੰਚੀ ਤੇ ਅਸੀਂ ਨਿਸ਼ਾਨ ਲਗਾ ਦੇਵਾਂਗੇ। इस तरीके दे नाल हुण तुसी बंद भाग दे कट नूं खोल दिओ। ए देखो इस तरीके दे नाल इनू कट के खोल दिओ। ए हुण पैर दी मोरी दी कटाई हो गई है। इनू असी इस तरीके दे नाल मोड़ के इहदी सिलाई करांगे। उस तो बाद हिप एरिया की सिलाई की जाएगी। दूजे पासे भी हिप एरिया दे सेम निशान लगा लो।
ਇਹ ਦੇਖੋ, ਇਹ ਸਾਡੇ ਕੋਲ ਕਮਰ ਪੱਟੀ ਹੈ। ਇਹਦੀ ਚੌੜਾਈ 18 ਇੰਚੀ ਤੇ ਲੰਬਾਈ 7 ਇੰਚੀ ਹੈ। ਇਹਦੀ ਕਟਾਈ ਹੋ ਗਈ ਹੈ। ਹੁਣ ਮੈਂ ਤੁਹਾਨੂੰ ਇਹਦੀ ਸਿਲਾਈ ਦੱਸਾਂਗੀ। ਸਭ ਤੋਂ ਪਹਿਲੇ ਮੈਂ 1.5 ਇੰਚੀ ਤੇ ਨਿਸ਼ਾਨ ਲਾ ਦਿਆਂਗੀ ਤੇ 1.5 ਇੰਚੀ ਦੀ ਸਿਲਾਈ ਤੋਂ ਬਾਅਦ 1 ਇੰਚੀ ਛੋੜ ਦਿਆਂਗੀ ਲਾਸਟਿਕ ਜਾਂ ਡੋਰੀ ਦੇ ਲਈ। ਹੁਣ ਕੱਪੜੇ ਨੂੰ ਇਸ ਪਾਸਿਓਂ ਫੜ ਕੇ ਉਹਦੀ ਸਿਲਾਈ ਕਰੋ। ਧਿਆਨ ਰਹੇ, ਇਹਨੂੰ ਇਸ ਤਰੀਕੇ ਦੇ ਨਾਲ ਮੋੜੋ ਤੇ ਧਿਆਨ ਨਾਲ ਇਹਦੀ ਸਿਲਾਈ ਕਰੋ। ਸਾਡੀ ਕਮਰ ਪੱਟੀ ਦੀ ਸਿਲਾਈ ਹੋ ਚੁੱਕੀ ਹੈ ਤੇ ਇੰਨਾ ਹਿੱਸਾ ਅਸੀਂ ਡੋਰੀ, ਇਲਾਸਟਿਕ ਜਾਂ ਨਾੜੇ ਲਈ ਛੱਡ ਦੇਵਾਂਗੇ। ਇਹ ਦੇਖੋ, ਇਹ ਇਹਦਾ ਅਗਲਾ ਭਾਗ ਹੈ ਤੇ ਇਹ ਪਿਛਲਾ। मैं कपड़े ਨੂੰ 4 ਤਹਿਵਾਂ ਲਾਤੀਆਂ ਨੇ ਤੇ ਹੁਣ ਮੈਂ ਇਹਦੇ ਉੱਤੇ ਚੁੰਨਟ ਪਾਵਾਂਗੀ। ਸਭ ਤੋਂ ਪਹਿਲੇ ਅਸੀਂ ਇਹਨੂੰ ਇਸ ਪਾਸਿਓਂ ਸਿਲਾਂਗੇ, ਉਸ ਤੋਂ ਬਾਅਦ ਅਸੀਂ ਚੁੰਨਟ ਪਾਵਾਂਗੇ। ਇਹ देखो, साडा हिप एरिया दी सिलाई हो चुकी है।
ਹੁਣ मैं ਇਹਨੂੰ ਕਮਰ ਪੱਟੀ ਦੇ ਨਾਲ ਜੋੜ ਦਿਆਂਗੀ। ਪਿਛਲੇ ਪਾਸੇ ਨੂੰ ਪਿੱਛੇ ਰੱਖ ਕੇ ਤੇ ਅਗਲੇ ਪਾਸੇ ਨੂੰ ਅੱਗੇ ਰੱਖ ਕੇ ਸਭ ਤੋਂ ਪਹਿਲੇ ਅਸੀਂ ਇਹਦੀ ਸਿਲਾਈ ਕਰਾਂਗੇ ਤੇ ਉਸ ਤੋਂ ਬਾਅਦ ਅਸੀਂ ਇਸ ਸਲਵਾਰ ਵਿੱਚ ਚੁੰਨਟ ਪਾਵਾਂਗੇ। ਹੁਣ ਦੋਨੋਂ ਪਾਸਿਆਂ ਦੇ ਕੱਟ ਨੂੰ ਆਪਸ ਵਿੱਚ ਮਿਲਾ ਕੇ ਕਮਰ ਪੱਟੀ ਦੇ ਨਾਲ ਜੋੜ ਦਿਓ। ਹੁਣ ਇੱਕ ਇੱਕ ਕਰਕੇ ਕੱਪੜੇ ਨੂੰ ਇਸ ਤਰੀਕੇ ਦੇ ਨਾਲ ਫੜਦੇ ਹੋਏ ਸਿਲਾਈ ਲਾਓ ਤੇ ਚੁੰਨਟ ਪਾ ਦਿਓ। देखो ये पिछला हिस्सा हो गया है। ਇਹ देखो ਹੁਣ ਅਸੀਂ अगले हिस्से ਦੀ सिलाई कर ਦਿੱਤੀ है।
ਹੁਣ ਇਹਨੂੰ ਸਿੱਧਾ ਕਰਕੇ ਕਮਰ ਪੱਟੀ ਉੱਤੇ ਇੱਕ ਸਿਲਾਈ ਲਾ ਦਿਓ। आ देखो ਹੁਣ ਸਾਡੀ ਤੋਤੀ ਸਲਵਾਰ ਬਿਲਕੁਲ ਤਿਆਰ ਹੋ ਗਈ ਹੈ। ਅੱਜ ਮੈਂ ਤੁਹਾਨੂੰ ਸਿੰਪਲ ਪਟਿਆਲਾ ਸਲਵਾਰ ਦੀ ਕਟਾਈ ਤੇ ਉਹਦੀ ਡਰਾਇੰਗ ਬਾਰੇ ਦੱਸਾਂਗੀ। ਕੱਪੜੇ ਦੀ ਲੰਬਾਈ 2.5 ਇੰਚੀ ਹੈ। ਇੱਥੇ ਮੈਂ ਇਸ ਕੱਪੜੇ ਨੂੰ 2 ਭਾਗਾਂ ਵਿੱਚ ਫੋਲਡ ਕੀਤਾ ਹੋਇਆ ਹੈ। ਸਭ ਤੋਂ ਪਹਿਲਾਂ ਅਸੀਂ ਕਮਰ ਦੀ ਪੱਟੀ ਕੱਟ ਲਾਂਗੇ। ਕਮਰ ਦੀ ਪੱਟੀ ਦੀ ਲੰਬਾਈ 10 ਇੰਚੀ ਹੈ। ਇਹਦੀ ਚੌੜਾਈ 20 ਇੰਚੀ ਹੈ। मैं इत्थे 2 इंची वाधू लिता है। दस इंची ते उत्ते निशान लगा के उन्हें दोनों पासियां दे नाल जोड़ दो। इस तरीके नाल कमर दी पट्टी नूं कट के एक पासे रख लो। ਹੁਣ ਅਸੀਂ 22 ਇੰਚੀ ਦੀ ਕਮਰ ਪੱਟੀ ਦੀ ਚੌੜਾਈ ਦੀ ਕਟਿੰਗ ਕਰਾਂਗੇ। ਅੱਧੇ ਕੱਪੜੇ ਨੂੰ ਇਸ ਤਰੀਕੇ ਨਾਲ ਤੇ ਦੂਜੇ ਬਾਕੀ ਅੱਧੇ ਕੱਪੜੇ ਨੂੰ ਇਸ ਤਰੀਕੇ ਦੇ ਨਾਲ ਰੱਖੋ। साड़ी 22 इंची दी कमर दी पट्टी तैयार है, जिसकी लंबाई 10 इंची है। डेढ़ इंची कपड़ा अंदर मोड़न लई ते आधा इंची सिलाई दे लई। ਇੱਥੇ 7.5 ਇੰਚੀ ਦੀ ਕਮਰ ਪੱਟੀ ਦੀ ਲਾਈਨ ਤਿਆਰ ਹੈ। ਹੁਣ ਮੈਂ ਕੱਪੜੇ ਨੂੰ 4 ਤਹਿਵਾਂ ਨਾਲ ਫੋਲਡ ਕਰ ਦਿੱਤਾ ਹੈ ਤੇ ਇਹਨੂੰ ਆਰਾਮ ਨਾਲ ਫਰਸ਼ ਤੇ ਰੱਖ ਦਿਓ। ਇਹਦੀ ਤਿਆਰ ਲੰਬਾਈ 35 ਇੰਚੀ ਹੈ। ਅਸੀਂ ਪਟਿਆਲਾ ਸਲਵਾਰ ਬਣਾ ਰਹੇ ਹਾਂ, ਇਸ ਕਰਕੇ ਮੈਂ 17.5 ਇੰਚੀ ਯਾਨੀ ਕਿ 17.5 ਇੰਚੀ ਦੇ ਨਿਸ਼ਾਨ ਲਾ ਦਾਂਗੀ। ਖੁੱਲੇ ਭਾਗ ਤੇ 17.5 ਇੰਚੀ ਤੇ ਨਿਸ਼ਾਨ ਲਾ ਦਿਓ। सत्त इंची पहुंचे दे लई ਇਹਨਾਂ ਦੋਨਾਂ ਭਾਗਾਂ ਨੂੰ ਚਾਕ ਦੀ ਮਦਦ ਨਾਲ ਜੋੜ ਲਓ।
ਮਿਆਨੀ ਦੇ ਲਈ ਮੈਂ 8 ਇੰਚੀ ਦਾ ਨਿਸ਼ਾਨ ਲਾ ਦਿੱਤਾ ਹੈ। ਇਹਨਾਂ ਦੋਨਾਂ ਨੂੰ 7 ਇੰਚੀ ਦੇ ਨਾਲ ਰਲਾ ਲਓ ਤੇ ਇਹ ਦੇਖੋ ਹੁਣ ਇਹ ਟੋਟਲ 15 ਇੰਚੀ ਹੋ ਗਿਆ ਹੈ। ਤੇ ਇਸ ਤਰੀਕੇ ਨਾਲ ਸਾਡੀ ਸਿੰਪਲ ਪਟਿਆਲਾ ਸਲਵਾਰ ਦੀ ਡਰਾਇੰਗ ਕੰਪਲੀਟ ਹੋ ਗਈ ਹੈ। ਹੁਣ ਮੈਂ ਤੁਹਾਨੂੰ ਇਹਦੀ ਕਟਿੰਗ ਦਿਖਾਉਂਦੀ ਹਾਂ। ਇਹ ਦੇਖੋ ਇਸ ਤਰੀਕੇ ਦੇ ਨਾਲ ਇਹਨੂੰ ਫੋਲਡ ਕਰੋ ਤੇ ਦੋਨੋਂ ਪਾਸਿਆਂ ਨੂੰ ਇਸ ਤਰੀਕੇ ਦੇ ਨਾਲ ਇਹਨੂੰ ਰੱਖ ਦਿਓ। ਇਹ ਸਾਡੀ 2 ਕਲੀਆਂ ਤਿਆਰ ਹੋ ਗਈਆਂ ਨੇ। ਦੋਨੋਂ ਪਾਸੇ ਇੱਕ ਇੱਕ ਕਲੀ ਰੱਖ ਦਿਓ ਤੇ ਹੁਣ ਇਹਦੀ ਸਿਲਾਈ ਕਰੋ। ਵੀਡੀਓ ਨੂੰ ਦੇਖਣ ਲਈ ਬਹੁਤ-ਬਹੁਤ ਧੰਨਵਾਦ। ਸਾਡੇ ਵੀਡੀਓ ਨੂੰ ਲਾਈਕ ਕਰੋ, ਸ਼ੇਅਰ ਕਰੋ, ਕਮੈਂਟ ਕਰੋ ਤੇ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਬਿਲਕੁਲ ਨਾ ਭੁੱਲਣਾ।